ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ। ਕਰਤਾ ਕਾਦਰ ਕਰੀਮ ਦੇਵੀਆਂ ਰਜਕ ਸੰਭਾਹੇ। ਸਾਈ ਕਾਰ ਕਮਾਵਣੀ ਤੁਰ ਛੋਟੇ ਤਿਨੇ ਪਾਏ। ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀ ਜਾਏ। ਹੋ ਕਰੇ ਜੇ ਤਿਸਰ ਜਾਏ ਸ਼ੁੱਧ ਸਤਨਾਮ ਵਾਹਿਗੁਰੂ। ਪੌੜੀ ਵੱਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸੰਭਾਏ। ਸਾਈ ਕਾਰ ਕਮਾਵਣੀ ਤੁਰ ਛੋਡੇ ਤਿੰਨੇ ਪਾਏ। ਨਾਨਕੇ ਕੀ ਵਾਰੀ ਔਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸਹਿ ਜਾਏ ਸ਼ੁੱਧ ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਬੈਰਾਗੀਆਂ ਦੇ ਦੇਸ਼ ਵਿੱਚ ਤੂੰ ਬੈਰਾਗੀਆਂ ਦੇ ਦੇਸ਼ ਵਿੱਚ ਬਹਿ ਜਾ ਮਨਾ ਮੇਰਿਆ। 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 ਔਖੇ ਵੇਲੇ ਨਾਮ ਤੇਰਾ ਕਹਿਣਾ 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 ਮਨਾ ਮੇਰਿਆ। ਬੈਰਾਗੀਆਂ ਦੇ ਦੇਸ਼ ਵਿੱਚ ਬਹਿ ਜਾ 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 ਮਨਾ ਮੇਰਿਆ। बेगमपुरा शहर को नाम दुख अंधोर नाही तह ठाओ। ना तशवीश खराश न माल सौ कौप न खता न तरस जवाल। श्रोमणी भगत रविदास जी महाराज 15 भगतां विच ਮਾਣ ਪ੍ਰਾਪਤ ਕਰਨ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਿੱਤਰ ਨਿੱਘੀ ਗੋਦ ਅੰਦਰ ਗੁਰੂ ਜੀ ਦੇ ਪਾਵਨ ਪਿੱਤਰ ਉਸ ਨਾਮ ਦੇ ਜਹਾਜ਼ ਵਿੱਚ 15 ਭਗਤਾਂ ਦਾ ਵਾਸਾ ਹੈ। 4 ਗੁਰਸਿੱਖ, 11 ਭੱਟ, 6 ਗੁਰੂ ਸਾਹਿਬਾਨ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਭਗਤ ਸਾਰੇ ਜਿਹੜੇ ਸ਼੍ਰੋਮਣੀ ਨਾਲ ਜੁੜ ਗਏ। ਸ਼੍ਰੋਮਣੀ ਤੋਂ ਭਾਵ ਉੱਚਾ, ਸਭ ਤੋਂ ਵਧੀਆ ਉੱਚਾ ਤੇ ਸੁੱਚਾ ਗੁਰੂ ਸਾਡਾ। ਜਿਹੜਾ ਵੀ ਉਸ ਸ਼੍ਰੋਮਣੀ ਗੁਰੂ ਦੇ ਨਾਲ ਜੁੜ ਜਾਂਦਾ ਹੈ
ਉਹ ਉੱਚਾ ਤੇ ਸੁੱਚਾ ਉਹਦਾ ਜੀਵਨ ਬਣ ਜਾਂਦਾ ਹੈ। ਇਸ ਕਰਕੇ ਉਹੀ ਭਗਤ ਰਵਿਦਾਸ ਸੀ ਜਿਨ੍ਹਾਂ ਨੇ ਆਪ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਲਿਖਿਆ, ਬਨਾਰਸ ਦੇ ਆਸ-ਪਾਸ ਕਹਿੰਦੇ ਮੈਂ ਮਰੇ ਹੋਏ ਡੰਗਰ ਚੁੱਕ ਕੇ ਉਹਨਾਂ ਨੂੰ ਸੁੱਟ ਕੇ ਆਉਂਦਾ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ। ਆਪਣੇ ਆਪ ਨੂੰ ਛੁਪਾਇਆ ਨਹੀਂ ਹੈ। ਕਹਿੰਦੇ ਮੈਂ ਨੀਵੀਂ ਜਾਤ ਦਾ ਹਾਂ। ਵੈਸੇ ਮਨੁੱਖ ਕੋਈ ਵੀ ਹੈ ਜਾਤ ਕਰਕੇ ਨਹੀਂ ਨੀਵਾਂ ਹੁੰਦਾ, ਕਰਮਾਂ ਕਰਕੇ ਨੀਵਾਂ ਹੁੰਦਾ ਹੈ। ਜੇ ਕੋਈ ਮਨੁੱਖ ਕਵੇ ਨਾ ਵੀ ਮੈਂ ਜਾਤ ਕਰਕੇ ਨੀਵਾਂ, ਉਹਦਾ ਭਰਮ ਹੈ। ਮਨੁੱਖ ਦੇ ਕਰਮ ਜੇ ਨੀਵੇਂ ਨੇ, ਭਾਵੇਂ ਉੱਚੀ ਬਰਾਦਰੀ ਵਿੱਚ ਵੀ ਕਿਉਂ ਨਾ ਹੋਵੇ। ਇਹ ਤਾਂ ਮਨੂ ਜੀ ਨੇ ਜਦੋਂ ਮਨੂ ਸਿਮਰਤੀਆਂ ਲਿਖੀਆਂ ਨੇ ਨਾ, ਉਦੋਂ 4 ਵਰਨਾਂ ਵਿੱਚ ਵੰਡ ਦਿੱਤਾ ਸਾਨੂੰ, ਖੱਤਰੀ, ਬ੍ਰਾਹਮਣ, ਸੂਦ ਤੇ ਬੈਸ। ਤੇ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਉਪਦੇਸ਼ ਚਾਰਾਂ ਨੂੰ ਸਾਂਝਾ ਹੈ। ਇਹ ਨਹੀਂ ਹੈ ਵੀ ਖੱਤਰੀਆਂ ਵਾਸਤੇ ਕੋਈ ਹੋਰ ਹੈ, ਬੈਸਾਂ ਵਾਸਤੇ ਕੋਈ ਹੋਰ ਹੈ, ਸ਼ੂਦਰਾਂ ਵਾਸਤੇ ਕੋਈ ਹੋਰ ਉਪਦੇਸ਼ ਹੈ। ਇਸ ਬਾਣੀ ਦਾ ਜ਼ਿਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਰਦੇ ਨੇ। ਖੱਤਰੀ, ਬ੍ਰਾਹਮਣ, ਸੂਦ, ਬੈਸ, ਉਪਦੇਸ਼ 4 ਵਰਨਾਂ ਕੋ ਸਾਂਝਾ। ਕਹਿੰਦੇ ਸਾਰੇ ਧਰਮਾਂ ਦਾ ਮੇਰੇ ਵਾਸਤੇ ਸਾਂਝਾ ਉਪਦੇਸ਼ ਹੈ। ਇਸ ਕਰਕੇ ਮੈਂ ਅਰਜ਼ ਕਰ ਰਿਹਾ ਸੀ, ਮਨੁੱਖ ਜਾਤ ਕਰਕੇ ਨਹੀਂ ਹੈ ਕੋਈ ਨੀਵਾਂ, ਮਨੁੱਖ ਕਰਮ ਕਰਕੇ ਹੈ। ਮਾੜੇ ਕਰਮ ਕਰ ਦੋ, ਮਨੁੱਖ ਮਾੜਾ ਵੱਜਣ ਲੱਗ ਜੂਗਾ। ਕਰਮ ਨੀਵੇਂ ਹੋਣ, ਵਾਹਿਗੁਰੂ ਜੀ ਜਾਤ ਕਰਕੇ ਨੀਵਾਂ, ਕਰਮ ਬਹੁਤ ਉੱਚੇ ਹੋਣ, ਤੇ ਫਿਰ ਇਹ ਨਹੀਂ ਕੋਈ ਕਹਿ ਸਕਦਾ ਵੀ ਇਹ ਬੰਦਾ ਨੀਵੀਂ ਜਾਤੀ ਦਾ ਹੈ। ਵੈਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ 5 ਤੱਤਾਂ ਦਾ ਹੀ ਸਰੀਰ ਹੈ, ਹਰ ਇੱਕ ਮਨੁੱਖ ਦਾ ਹੈ। 5 ਤੱਤਾਂ ਦਾ, ਭਾਵੇਂ ਕੋਈ ਇੱਕ ਛੰਨ ਵਿੱਚ, ਟੁੱਟੀ ਹੋਈ ਛੰਨ ਵਿੱਚ ਰਹਿਣ ਵਾਲਾ, ਤੇ ਭਾਵੇਂ ਕੋਈ ਇੱਕ ਵੱਡੇ ਮਹੱਲ ਵਿੱਚ ਰਹਿਣ ਵਾਲਾ, ਸੋਨੇ ਦੇ ਮਹੱਲ ਵਿੱਚ। ਮਹਾਰਾਜ ਜੀ ਕਹਿੰਦੇ ਸਰੀਰ 5 ਤੱਤਾਂ ਦੇ ਸਾਰੇ ਮਨੁੱਖਾਂ ਦਾ ਹੈ। ਤੇ ਉਸ ਮਨੁੱਖ ਵਿੱਚ ਭਾਵੇਂ ਕੋਈ ਗਰੀਬ ਹੈ, ਭਾਵੇਂ ਅਮੀਰ ਹੈ, ਖੂਨ ਹਰ ਇੱਕ ਦੇ ਵਿੱਚ ਲਾਲ ਰੰਗ ਦਾ ਹੀ ਹੈ। ਫਿਰ ਜਾਤ ਕਿਹੜੀ ਛੋਟੀ ਹੋ ਗਈ? ਮਹਾਰਾਜ ਜੀ ਕਹਿੰਦੇ ਨਹੀਂ ਉਹ ਮਨੁੱਖ, ਤੂੰ ਕਰਮ ਉੱਚੇ ਕਰ, ਉਜਲੇ ਕਰਮ ਕਰ। ਜਦੋਂ ਤੇਰੇ ਉਜਲੇ ਕਰਮ ਹੋ ਗਏ ਤੇ ਫਿਰ ਦਾਤੇ ਨੇ ਕਿਰਪਾ ਕਰਨੀ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ, ਤੇਰੇ ਕਰਮ ਨਿਰਮਲ ਹੋ ਜਾਣ। ਜਦੋਂ ਤੇਰੇ ਕਰਮ ਨਿਰਮਲ ਹੋ ਗਏ, ਫਿਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਛੋਟੀ ਜਾਤ ਦਾ ਨਹੀਂ ਕਹਾਉਂਦਾ, ਕਿਉਂਕਿ ਤੂੰ ਕਰਮਾਂ ਕਰਕੇ ਹੈ। ਕਰਮ ਨੀਵੇਂ ਕਰ ਲਾ, ਨੀਵਾਂ ਹੋ ਜਾਏਗਾ, ਕਰਮ ਉੱਚੇ ਕਰ ਲਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਜਾਏਗਾ। ਤੇ ਆਹ ਸ਼ਬਦ ਵਿੱਚ ਫਰਮਾਨ ਕਰਦੇ ਹਨ, ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮ ਜਿੱਥੇ ਕੋਈ ਵੀ ਗਮ ਨਹੀਂ ਹੈ ਉਹਨੂੰ ਬੇਗਮਪੁਰਾ ਆਖਦੇ ਹਨ। ਹੁਣ ਇਹੋ ਜਿਹੀ ਜਗ੍ਹਾ ਕੋਈ ਹੋ ਜਿੱਥੇ ਤੁਸੀਂ ਇਹਨੂੰ ਭਾਲ ਸਕਦੇ ਹੋ, ਜਿੱਥੇ ਕੋਈ ਵੀ ਗਮ ਨਹੀਂ, ਭਾਵ ਕੋਈ ਚਿੰਤਾ ਨਹੀਂ, ਗਮ ਦਾ ਭਾਵ ਚਿੰਤਾ। ਉਹ ਕੋਈ ਵੀ ਜਗ੍ਹਾ ਨਹੀਂ ਹੈ, ਭਾਵੇਂ ਕੋਈ ਚੰਗਾ ਸੁੰਦਰ ਵਧੀਆ ਮਕਾਨ, ਉੱਥੇ ਵੀ ਚਿੰਤਾ ਹੈ, ਭਾਵੇਂ ਕੋਈ ਇੱਕ ਟੁੱਟੀ ਹੋਈ ਛੰਨ ਹੈ, ਉੱਥੇ ਵੀ ਚਿੰਤਾ ਹੈ। ਮਹਾਰਾਜ ਜੀ ਕਹਿੰਦੇ ਚਿੰਤਾ ਇੰਨੀ ਭੈੜੀ ਹੈ, ਕਿਵੇਂ? ਕਹਿੰਦੇ ਚਿੰਤਾ ਚਿਖਾ ਬਰਾਬਰੀ, ਮਨ ਦੀ ਮਾਰੇ ਮਤ। ਚਿੰਤਾ ਸਭ ਤੋਂ ਮਾੜੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੇ ਉਹ ਬੇਗਮਪੁਰੇ ਦੀ ਗੱਲ ਕਰਦੇ ਆ। ਕਹਿੰਦੇ ਉਹ ਬੇਗਮਪੁਰਾ ਸ਼ਹਿਰ ਕਿੱਥੇ ਹੈ? ਜਿੱਥੋਂ ਦਾ ਮੈਂ ਵਾਸੀ ਹਾਂ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ,
राजा बीमार हो गया, एक ਉਹਨੂੰ ਕੋढ़ हो गया। गुरु ग्रंथ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ 18 ਜਿਹੜੇ ਨਰਕ ਨੇ ਉਹਨਾਂ ਦਾ ਜ਼ਿਕਰ ਕਰਿਆ। 18 ਨਰਕ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਮਸਾ ਹੈ। 18 ਨਰਕ ਨੇ ਕਹਿੰਦੇ। ਹੁਣ ਬੰਦਾ ਹੀ ਭੋਗਦਾ, ਕੋਈ ਜਾਨਵਰ ਪਸ਼ੂ ਤਾਂ ਨਹੀਂ ਭੋਗਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਕਰਮ ਉਜਲੇ ਨੇ, ਉਹ ਸੋਚ ਉੱਚੀ ਹੈ, ਤੇ ਫਿਰ ਮਨੁੱਖ ਉਹਨਾਂ ਨਰਕਾਂ ਵਿੱਚੋਂ ਬਚ ਜਾਂਦਾ ਹੈ। ਤੇ ਨਹੀਂ ਤਾਂ 18 ਨਰਕ ਲਿਖਿਆ। ਸੱਚੇ ਪਾਤਸ਼ਾਹ ਕਹਿੰਦੇ 18ਵਾਂ ਨਰਕ ਹੈ ਧਰਤੀ ਦੇ ਉੱਤੇ ਜਿਉਂਦੇ ਬੰਦੇ ਨੂੰ ਕੋढ़ ਹੋ ਜਾਣਾ। ਇਹ 18ਵਾਂ ਨਰਕ ਹੈ। ਤੇ ਇੱਕ ਨਰਕ ਦੀ ਬਾਬਤ ਮਹਾਰਾਜ ਜੀ ਗੱਲ ਕਰਦੇ ਨੇ, ਕਹਿੰਦੇ ਇੱਕ ਕੁੰਭੀ ਨਰਕ ਹੈ। ਕੁੰਭੀ ਨਰਕ, ਕੁੰਭ ਦਾ ਭਾਵ ਹੈ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਘੜਾ ਪਾਣੀ ਦਾ ਭਰ ਕੇ ਰੱਖ ਦੋ, ਕੁੰਭ ਵੇਲਾ ਜਲ ਨਾ ਟਿਕਾਵੇ। ਕਹਿੰਦੇ ਘੜੇ ਤੋਂ ਬਿਨਾਂ ਪਾਣੀ ਨਹੀਂ ਟਿਕ ਸਕਦਾ। ਉਹਨੂੰ ਕੁੰਭੀ ਨਰਕ ਆਖਦੇ ਨੇ। ਕਹਿੰਦੇ ਉਹਦਾ ਗਲ ਛੋਟਾ ਹੈ, ਮੂੰਹ ਛੋਟਾ ਹੈ ਤੇ ਆਕਾਰ ਕਰਕੇ ਵੱਡਾ ਹੈ। ਇੱਕੋ ਵੀ ਨਰਕ ਹੈ ਜਿਹਦੇ ਵਿੱਚ ਲੋਕ ਚੰਗੇ ਤੇ ਮਾੜੇ ਕਰਮਾਂ ਕਰਕੇ ਆਪਣੇ ਉਹ ਜਿਹੜੇ ਕਰਮਾਂ ਦਾ ਲੇਖਾ ਭੁਗਤ ਰਹੇ ਨੇ। ਕਿਵੇਂ? ਚਲੋ ਉਦਾਹਰਨ ਲੈ ਲਓ, ਜੇਲ੍ਹ ਵੱਡੀ ਹੈ, ਗੇਟ ਤਾਂ ਛੋਟਾ ਜਿਹਾ ਹੁੰਦਾ ਹੈ ਨਾ। ਗੇਟ ਨਿੱਕਾ ਜਿਹਾ ਹੁੰਦਾ ਹੈ, ਭਾਵੇਂ ਲੋਹੇ ਦਾ ਗੇਟ ਵੱਡਾ ਲੱਗਿਆ, ਪਰ ਛੋਟੀ ਜਿਹੀ ਤਾਕੀ ਖੋਲ੍ਹ ਕੇ ਉਹਦੇ ਵਿੱਚ ਹੀ ਲੰਘਾਉਂਦੇ ਨੇ। ਤੇ ਅੰਦਰੋਂ ਜੇਲ੍ਹ ਦਾ ਆਕਾਰ ਦੇਖੋ ਕਿੱਡਾ ਵੱਡਾ ਹੈ। ਮਹਾਰਾਜ ਜੀ ਕਹਿੰਦੇ ਉਸ ਜੇਲ੍ਹ ਦੇ ਵਿੱਚ ਕੌਣ ਜਾਂਦਾ? ਹੁਣ ਚੰਗੇ ਕਰਮਾਂ ਵਾਲਾ ਤਾਂ ਨਹੀਂ ਉੱਥੇ ਜਾਂਦਾ, ਜਿਹਦੇ ਚੰਗੇ ਕਰਮ ਕਰੇ ਹੋਏ ਨੇ। ਮਾੜੇ ਕਰਮ ਕਰਨ ਕਰਕੇ ਫਿਰ ਉਹ ਮਨੁੱਖ ਜੇਲ੍ਹ ਵਿੱਚ ਚਲਿਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਤੂੰ ਉਜਲੇ ਕਰਮ ਕਰ, ਚੰਗੇ ਕਰਮ ਕਰ, ਜਿਸ ਕਰਕੇ ਤੈਨੂੰ ਨਮੋਸ਼ੀ ਦਾ ਉਹ ਜਿਹੜਾ ਮੂੰਹ ਨਾ ਵੇਖਣਾ ਪਵੇ। ਹੁਣ ਰਾਜੇ ਨੂੰ ਹੋ ਗਿਆ ਕੋढ़, ਰਾਜਾ ਤੜਫਦਾ ਮੰਜੇ ਉੱਤੇ ਪਿਆ। ਇਹ ਵੀ ਇੱਕ ਕਾਰਨ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਸਰੀਰ ਨੂੰ ਕੋढ़ ਹੋ ਜਾਣਾ ਨੇ, ਕੋਈ ਪਿਛਲੇ ਜਨਮ ਦਾ ਸਾਡਾ ਕਰਮ ਬੀਜਿਆ ਹੁੰਦਾ। ਕਰਮ, ਇਹਨੂੰ ਕਰਮ ਰੋਗ ਕਹਿੰਦੇ ਨੇ। ਤੇ ਗੁਰੂ ਠੀਕ ਵੀ ਕਰ ਦਿੰਦਾ, ਐਸੀ ਗੱਲ ਨਹੀਂ। ਇਤਿਹਾਸ ਵਿੱਚ ਬੜੇ ਜ਼ਿਕਰ ਨੇ, ਤੁਸੀਂ ਸੁਣਿਆ ਨਾ ਰਜਨੀ ਦਾ। ਉਹਦਾ ਪਤੀ ਕੋढ़ੀ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਮੱਖੀਆਂ ਭਿਣਕਦੀਆਂ, ਥਾਂ ਥਾਂ 'ਤੇ ਫੋੜੇ ਹੋਏ ਪਏ ਨੇ, ਪੀਕ ਪਈ ਹੈ। ਦੁਨੀਆ ਦੇ ਲੋਕ ਨੱਕ ਦੱਬ ਕੇ ਪਰਾਂ ਦੀ ਲੰਘਦੇ ਨੇ। ਤੇ ਉਸ ਦੁਨੀ ਚੰਦ ਨੇ ਲਿਆ ਕੇ ਅੱਗੇ ਬਿਠਾ ਦਿੱਤਾ, ਤੇਰਾ ਪਤੀ ਹੈ। ਰਜਨੀ ਕਹਿਣ ਲੱਗੀ ਮੈਨੂੰ ਜਿਹੜਾ ਉਹ ਪਸੰਦ ਹੈ, ਮੇਰੇ ਕਰਮਾਂ ਵਿੱਚ ਇਹੀ ਲਿਖਿਆ ਹੋਇਆ ਸੀ। ਹੁਣ ਰਹਿੰਦੀ ਕਿੱਥੇ ਹੈ ਰਜਨੀ? ਬੇਗਮਪੁਰੇ ਸ਼ਹਿਰ ਦੇ ਵਿੱਚ, ਜਿੱਥੇ ਕੋਈ ਵੀ ਗਮ ਨਹੀਂ, ਈਰਖਾ ਨਹੀਂ, ਦਵਾਇਤ ਨਹੀਂ, ਮੇਰ ਨਹੀਂ, ਤੇਰ ਨਹੀਂ, ਲੜਾਈ ਨਹੀਂ, ਝਗੜਾ ਨਹੀਂ। ਉਸ ਦੇਸ਼ ਵਿੱਚ ਰਹਿੰਦੀ ਹੈ। ਇੱਕ ਪਾਸੇ ਅੱਗ ਬਲ ਰਹੀ ਹੈ ਪੂਰੀ ਘਰ ਦੇ ਵਿੱਚ। 7 ਧੀਆਂ ਨੇ, ਮਾਂ ਹੈ, ਪਿਤਾ ਸੇਠ ਦੁਨੀ ਚੰਦ ਸੋਨੇ ਦੀ ਕੁਰਸੀ ਉੱਤੇ ਬੈਠਣ ਵਾਲਾ ਅੱਗ ਵਾਂਗੂ ਭੁੱਜ ਰਿਹਾ। ਉਸੇ ਘਰ ਦੇ ਵਿੱਚ ਰਹਿਣ ਵਾਲੀ, ਬੇਗਮਪੁਰੇ ਦੇ ਸ਼ਹਿਰ ਦੇ ਵਿੱਚ ਰਹਿਣ ਵਾਲੀ ਰਜਨੀ ਜਿਹੜੀ ਸਤਵੰਤੀ ਹੈ, ਉਹ ਕਹਿੰਦੀ ਮੇਰੇ ਕਰਮਾਂ ਵਿੱਚ ਇਹੋ ਜਿਹਾ ਕੁਝ ਲਿਖਿਆ ਸੀ। ਚਲੋ ਮੈਂ ਅਰਜ਼ ਕਰਨਾ ਬਖਤੇ ਖੀਰ, ਰਜਨੀ ਦੇ ਉਸ ਜਿਹੜਾ ਪਤੀ ਸੀ ਨਾ, ਉਹਦਾ ਕੋढ़ ਹਰੀ ਦੇ ਮੰਦਰ ਦੇ ਵਿੱਚ ਜਾ ਕੇ, ਹਰਮੰਦਰ ਜਿੱਥੇ ਅੱਜ ਦੁੱਖ ਭੰਜਨੀ ਬੇਰੀ ਬਣੀ ਹੈ ਨਾ, ਉਹਦਾ ਕੋढ़ ਜਿਹੜਾ ਲਾਲਾਜ ਬਿਮਾਰੀ ਸੀ, ਜਿਹਦਾ ਕੋਈ ਇਲਾਜ ਹੀ ਨਹੀਂ ਸੀ। ਉਹ ਛੂਤ ਦੀ ਬਿਮਾਰੀ ਸੀ। ਜਿਹੜਾ ਵੀ ਉਹਨੂੰ ਕੋਈ ਦੇਖਦਾ ਸੀ, ਹਵਾ ਉੱਡ ਕੇ ਲੱਗਦੀ ਸੀ, ਉਹਨੂੰ ਵੀ ਕੋढ़ ਹੋ ਜਾਂਦਾ ਸੀ। ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੇ ਤੂੰ ਬੇਗਮਪੁਰੇ ਸ਼ਹਿਰ ਦਾ ਵਾਸੀ ਬਣਨਾ ਤਾਂ ਆ ਜਾ, ਫਿਰ ਇੱਥੇ ਆ ਕੇ ਇਸ਼ਨਾਨ ਕਰ ਲੈ। ਇਸ਼ਨਾਨ ਕਰ ਲਿਆ। ਫਿਰ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਭਇਓ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਗੁਰੂ ਦੇ ਘਰ ਦੇ ਵਿੱਚ ਬੜੀ ਵੱਡੀ ਤਾਕਤ। ਅੱਜ ਵੀ ਕੋढ़ ਹਟ ਸਕਦੇ ਨੇ। ਅੱਜ ਵੀ ਜਿਹੜੀ ਭਿਆਨਕ ਤੋਂ ਭਿਆਨਕ ਬਿਮਾਰੀ ਹੈ ਹਟ ਸਕਦੀ ਹੈ। ਪਰ ਉਹਦੇ ਵਿੱਚ ਦਵਾਈ ਜਿਹੜੀ ਖਾਣੀ ਥੋੜ੍ਹੀ ਜਿਹੀ ਔਖੀ ਹੈ। ਦਵਾਈ ਸਸਤੀ ਬੜੀ ਹੈ, ਬਹੁਤ ਸਸਤੀ ਦਵਾਈ ਹੈ, ਪਰ ਖਾਣੀ ਥੋੜ੍ਹੀ ਜਿਹੀ ਔਖੀ ਪੈਂਦੀ ਹੈ। ਉਹ ਇਹ ਨਹੀਂ ਵੀ ਡਾਕਟਰ ਚੰਡੀਗੜ੍ਹ ਤੁਸੀਂ ਚਲੇ ਜਾਓ, ਉੱਥੇ ਉਹਨਾਂ ਨੇ ਇੱਕ ਫਰਲਾ ਬਣਾ ਕੇ ਦਿੱਤਾ ਵੀ ਆਹ ਦਵਾਈ ਲੈ ਜਾਓ। 3500, 4000, 5000, 10-10 ਹਜ਼ਾਰ ਤੱਕ ਦਵਾਈਆਂ ਆਉਂਦੀਆਂ।
पर सच्चे पातशाह कहते मनुख उधर 10,000 ला के खुश है, पर गुरु नानक दे घर दी दवाई औख दिआए रास विच आप खलोया। परमात्मा दे नाम दी औख दी वो दवाई नहीं मनुख लैण नूं तैयार है, क्योंकि अजे बेगमपुरे दा वासी नहीं बनिया है। जिथे बेगमपुरे बेगम, जिथे कोई भी गम नहीं है। भगत रविदास जी महाराज नूं पुछया, कहंदे तुसीं कहंदे हो बेगमपुरे विचों सानूं भी शहर दिखा दो कित्थे है। कहंदे आ जाओ चलते हैं। श्रद्धालुओं नूं नाल लैके तुर पे भगत रविदास जी महाराज तुरे जांदे। अगे देखिया शमशान घाट बनी हुई है जिथे मुरदियां दा संस्कार किया जांदा। उत्थे जाके भगत रविदास जी बैठ गए थल्ले ही, ना कोई बोरी ना बिस्तरा कुछ नहीं है, थल्ले जाके बैठ गए। कहंदे बह जाओ तुसीं भी इत्थे। कहंदे भगत जी किहे जी जगह ते लिआंदा, इत्थे तां मुरदियां दा संस्कार किया जांदा। कहंदे 10 मिनट बैठ के देखो, तुहानूं ऐसा आनंद आऊ, भुल जू सब कुछ। ਜਦੋਂ ਮਨੁੱਖ ਨੂੰ ਸਭ ਕੁਝ ਦੁੱਖ ਸੁੱਖ ਭੁੱਲ ਗਿਆ, ਜਾਂ ਉੱਥੇ ਜਾ ਕੇ ਸਭ ਦੇ ਯਾਦ ਨਹੀਂ ਆ ਜਾਂਦਾ, ਕਹਿੰਦੇ ਨਹੀਂ ਹੁੰਦੇ। ਕਹਿੰਦੇ ਲੈ ਇੱਥੇ ਆ ਕੇ ਸਭ ਕੁਝ ਨਿਬੜ ਜਾਂਦਾ। ਇਹ ਮਨੁੱਖ ਕਹਿੰਦੇ ਨੇ, ਪਰ ਗੇਟ ਤੋਂ ਬਾਹਰ ਹੋਏ ਆ ਕੇ ਪਤਾ ਕੀ ਕਹਿੰਦੇ ਨੇ, ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ। ਚਲੋ ਇਹਦੀ ਵਾਰੀ ਸੀ ਤੁਰ ਗਿਆ। ਪਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਦੇਸ਼ ਦਾ ਵਾਸੀ ਹਾਂ, ਬੇਗਮਪੁਰਾ शहर को नाम, मेरे शहर का नाम है बेगमपुरा। दुख अंधोर नाही तह ठाओ। कहते इत्थे ना कोई दुख है ना तकलीफ, कुछ नहीं है, ना कोई लड़ाई ना झगड़ा ना जड़ा वो कलेश है, ना कोई कोर्ट कचहरी है, ना कोई थाना, कुछ नहीं है, सब कुछ इत्थे समाप्त है। हुण राजे नूं कोढ़ हो गया, मंजे उत्ते तड़फदा है। जिस मंजे उत्ते पिया है ना राजा, उस मंजे दे चारे पावे सोने दे ने, सोने दे पावे ने चारे उस मंजे दे उत्ते। ते जेड़े आले दाले मंत्री खड़े ने उन्हां दे कोले सोने दा चौर फड़िया होया राजे उत्ते करदे ने। इस तरह जदों भी राजा कोई पानी मंगदा सोने दे गिलास विच आउंदा पानी, ते चरण घुटदे ने राजे दे। पर वो ऐसा भयानक रोग लग गया, कर्म रोग कहंदे नूं, कर्म रोग। हुण उस दुख दे नाल राजा तड़फदा, पर सुख बड़े ने। सुख आले दाले खड़े ने, सोने दे मंजे वो जिहड़े पावे दे सोने दे ने, मंजा बड़ा वधिया बनया होया, चौर हो रहा है आले दुआले जिड्डा मंजा, उन्ने पहरेदार आले दाले खड़े हथ बन के। कोई राजा हुक्म सुनावे ते असीं नाल दी नाल राजे दा हुक्म मन लईए। ते मंजे उत्ते पैण वाला तड़फ लिया है। तो भगत रविदास जी कहने देख के ते बेगमपुरे शहर का वासी बन के। जदों राजा तड़फदा है तो वैद हकीम बुला ले, बड़े दूरों दूरों वैद हकीम आए, राजे का कोढ़ ठीक हो जाए। राजे दे भयानक जा जिहड़ा आले दुआले शरीर ते कोढ़ होया होया, कोई वैद हकीम। गुरु नानक देव महाराज इस गल की हंबी भर दिया, कहने महाराज जी मंजे ते पए सी, हरदास वैद आके बैठ गया मंजे उत्ते। माता कहन लगी सारा दिन पिया रहिंदा है। पिता बाबा कल्याण चंद जी मेहता महाराज कहन लगे मेरा पुत्र सारा दिन मंजे उत्ते पिया रहिंदा है, बुल हलदे रहिंदे ने, चिट्टी चादर लैके पिया रहिंदा, कुछ नहीं खांदा ना कुछ बोलदा। हरदास वैद आ गया, उन्हें आके गुरु नानक दे मुख तो कपड़ा चुकया, कपड़ा चुक के कहंदा नानक तैनू की दुख है। मारा कहन लगे तू कौन है? कहना मैं वैद है। कहने दसन की लोड़ ही नहीं, जेड़ा असल वैद हो ना उन्होंने दसन की लोड़ नहीं पैंदी। वो देख के नवज देख के, हुण तां चलो नवज देख के दस दिया, पैंदा इस तरह मनुख खड़े नूं दसदे तैनूं आ रोग है, इन्नी उन्हां कोल विद्या सी। कहंदे तैनूं कौन बुला के लिया? मेरा पिता। तू वैद है? कहंदे हाँ। तो सतगुरु जी चुप करके गुरु नानक देव महाराज ने, वैद ने बाँह फड़ी, महाराज दी नवज वेखण लग पिया। देखदा देखदा कहन लग्या पिता बाबा कल्याण चंद मेहता नूं, तेरे पुत्र नूं रोग तां कोई नहीं है, ये तां ठीक ठाक है। कहंदे फिर सारा दिन पिया रहिंदा है, इहदा कारण की है? महाराज जी ने वो तो बाँह छडाई, छडा के कहन लगे तू मेरा इलाज करना है? कहंदे हाँ। तू आप तो पहले दवाई लै लैंदा, तैनूं तां इन्ने रोग लगे पे ने। वैद हैरान हो गया, मंजे तो खड़ा हो गया कि लगती। कहना मैं वैद हैं,
ਨਾਨਕ ਤੈਨੂੰ ਨਹੀਂ ਪਤਾ ਹੈ, ਮੈਨੂੰ ਤਾਂ ਕੋਈ ਬਿਮਾਰੀ ਨਹੀਂ। ਕਹਿੰਦੇ ਤੈਨੂੰ ਦੱਸਾਂ ਗਿਣਿਆਵਾਂ ਬਿਮਾਰੀਆਂ ਤੇਰੀਆਂ? ਹੱਥ ਬੰਨ੍ਹ ਕੇ ਖੜ ਗਿਆ। ਹਾਂ ਕਹਿੰਦੇ ਸਭ ਤੋਂ ਵੱਡਾ ਤੈਨੂੰ ਹਉਮੈ ਦਾ ਰੋਗ ਲੱਗਿਆ ਹੋਇਆ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਈ। ਉਹ ਤੈਨੂੰ ਤਾਂ ਇੰਨੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਈਆਂ, ਤੂੰ ਦਵਾਈ ਦਾ ਬੈਗ ਭਰ ਕੇ ਦਵਾਈਆਂ ਦਾ ਮੇਰੇ ਕੋਲ ਲੈ, ਪਹਿਲਾਂ ਤੂੰ ਤਾਂ ਖਾ ਆਪਦੀ ਆਪ ਦਵਾਈ, ਤੂੰ ਠੀਕ ਹੋ ਜਾ, ਤੈਨੂੰ ਨਹੀਂ ਪਤਾ ਮੇਰੇ ਰੋਗ ਦਾ। ਬਾਂਹ ਛਡਾ ਲਈ। ਗੁਰੂ ਨਾਨਕ ਦੇਵ ਮਹਾਰਾਜ ਜੀ ਉਮਰ ਕਰਕੇ ਛੋਟੇ ਨੇ, ਅਵਸਥਾ ਕਰਕੇ ਵੱਡੇ ਨੇ। ਉੱਥੇ ਫਿਰ ਸ਼ਲੋਕ ਉਚਾਰਨ ਕਰਿਆ ਗੁਰਬਾਣੀ ਵਿੱਚ। ਮਹਾਰਾਜ ਜੀ ਕਹਿੰਦੇ ਵੈਦ ਬੁਲਾਇਆ ਵੈਦਗੀ, ਵੈਦ ਬੁਲਾਇਆ ਕਿਹਨੇ? ਪਿਤਾ ਬਾਬਾ ਕਲਿਆਣ ਚੰਦ ਮਹਿਤਾ ਨੇ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ ਫੜ ਲਈ ਮਹਾਰਾਜ ਦੀ। ਭੋਲਾ ਵੈਦ ਨਾ ਜਾਣੀ, ਕਰਕੇ ਕਲੇਜੇ ਮਾਹੇ। ਮਹਾਰਾਜ ਜੀ ਕਹਿਣ ਲੱਗੇ ਤੈਨੂੰ ਮੇਰੀ ਬਿਮਾਰੀ ਦਾ, ਤੂੰ ਆਪ ਤਾਂ ਪਹਿਲਾਂ ਇਲਾਜ ਕਰਾ ਲਾ। ਵੈਦ ਇਲਾਜ ਕਰਨ ਆਇਆ, ਗੁਰੂ ਨਾਨਕ ਦਾ ਆਪਦਾ ਕਰਾ ਕੇ ਚਲਿਆ ਗਿਆ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਵਾਜ਼ ਮਾਰੀ, ਖੜ ਜਾ ਇੱਕ ਮਿੰਟ, ਆ ਮੇਰਾ ਗੁਰਬਾਣੀ ਦਾ ਇੱਕ ਸ਼ਲੋਕ ਸੁਣ ਕੇ ਜਾਈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਂਹ ਛਡਾ ਕੇ ਆਖਿਆ ਸੀ, ਤੈਨੂੰ ਤਾਂ ਰੋਗ ਦਾ ਪਤਾ ਨਾ ਕੋਈ, ਉਹ ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਰੋਗ ਦਾ ਪਤਾ ਨਾ ਕੋਈ, ਜੀ ਵੈਦਾ ਮੇਰੀ ਬਾਂਹ ਛੱਡ ਦੇ। ਉਹ ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ। ਆਜੀ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣੀ, ਕਰਕ ਕਰੇ ਜੇ ਮਾਹੇ। ਮਹਾਰਾਜ ਜੀ ਕਹਿਣ ਲੱਗੇ ਤੂੰ ਮੈਨੂੰ ਦਵਾਈ ਦੇਣ ਆਇਆ, ਤੂੰ ਤਾਂ ਆਪ ਰੋਗਾਂ ਨਾਲ ਗ੍ਰਸਤ ਹੋਇਆ ਪਿਆ, ਜਾ ਚਲਿਆ ਜਾ। ਇਸੇ ਤਰ੍ਹਾਂ ਰਾਜਾ ਮੰਜੇ ਉੱਤੇ ਪਿਆ, ਸੁੱਖ ਬੜੇ ਨੇ। ਅੱਜ ਲੋਕ ਕਹਿੰਦੇ ਨੇ ਨਾ, 4 ਪੈਸੇ ਹੋਣ ਪਤਾ ਨਹੀਂ ਅਸੀਂ ਕੀ ਕਰ ਲਈਏ। 4 ਪੈਸਿਆਂ ਨਾਲ ਮੰਜਾ ਖਰੀਦ ਲਾਂਗੇ, ਬੈੱਡ ਖਰੀਦ ਲਾਂਗੇ, ਮਕਾਨ ਖਰੀਦ ਲਾਂਗੇ, ਗੱਡੀ ਖਰੀਦ ਲਾਂਗੇ, ਕੱਪੜੇ ਵਧੀਆ ਖਰੀਦ ਲਾਂਗੇ, ਜਿਹੜਾ ਨਾ ਉਹ ਮਟਰ ਪਨੀਰ ਖਰੀਦ ਲਾਂਗੇ, ਛੋਲੇ ਪੂਰੀਆਂ ਖਰੀਦ ਲਾਂਗੇ, ਪਰ ਸੁੱਖ ਨਹੀਂ ਖਰੀਦਿਆ ਜਾਣਾ। ਸੁੱਖ ਕਿੱਥੋਂ ਮਿਲੂਗਾ? ਮਹਾਰਾਜ ਜੀ ਕਹਿੰਦੇ ਜੇ ਸੁੱਖ ਚਾਹੁੰਦਾ ਨਾ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲੂਗਾ, ਮਿਲ ਜੂਗਾ, ਐਸੀ ਗੱਲ ਨਹੀਂ ਹੈ। ਕੋਈ ਵੀ ਰੋਗ ਲੱਗ ਜਾਵੇ ਉਹਦੀ ਦਵਾਈ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਬੜੇ ਵੱਡੇ ਅੱਗੀ ਪਾਪੀ ਮੈਂ ਦੇਖੇ ਨੇ, ਜਿਨ੍ਹਾਂ ਨੂੰ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਸੀ, ਉਹ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਠੀਕ ਹੁੰਦੇ ਮੈਂ ਖੁਦ ਵੇਖੇ ਨੇ। ਪਰ ਬੈਠੇ ਅਰਜ ਇੱਥੋਂ ਹੀ ਸ਼ੁਰੂ ਕਰੀ ਸੀ, ਗੁਰੂ ਨਾਨਕ ਦੇ ਘਰ ਦੀ ਦਵਾਈ ਖਾਣੀ ਬੜੀ ਔਖੀ ਹੈ, ਬਹੁਤ ਔਖੀ ਹੈ ਦਵਾਈ ਖਾਣੀ ਗੁਰੂ ਨਾਨਕ ਦੇ ਘਰ ਦੀ। ਜਿਹੜਾ ਮਨੁੱਖ ਗੁਰੂ ਦੇ ਘਰ ਦੀ, ਗੁਰੂ ਨਾਨਕ ਦੇ ਘਰ ਦੀ ਦਵਾਈ ਪਰਹੇਜ਼ ਰੱਖ ਕੇ ਖਾ ਲੂ ਨਾ, ਉਹਦਾ ਦੁੱਖ ਠੀਕ ਹੋ ਜਾਊਗਾ। ਹੁਣ ਰਾਜੇ ਨੂੰ ਕੋੜ ਹੋਇਆ ਪਿਆ, ਮੰਜੇ ਤੇ ਪਿਆ, ਵੈਦ ਆ ਗਏ, ਜਿਹੜਾ ਵੀ ਹਕੀਮ ਆਉਂਦਾ ਦੇਖ ਕੇ ਕਹਿੰਦਾ ਇਹਦੀ ਦਵਾਈ ਸਾਡੇ ਕੋਲ ਨਹੀਂ ਹੈ। ਹੁਣ ਦੇਖ ਕੇ ਮੁੜੀ ਜਾਂਦੇ ਨੇ ਸਾਰੇ, ਵੇਖ ਕੇ ਜਦੋਂ ਸਾਰੇ ਮੁੜ ਜਾਂਦੇ, ਇੱਧਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ, ਭਾਈ ਵਾਲਾ ਤੇ ਭਾਈ ਮਰਦਾਨਾ ਜੀ। ਹੁਣ ਰਾਜੇ ਦੇ ਵਜ਼ੀਰ ਸ਼ਹਿਰ ਦੇ ਵਿੱਚ ਫਿਰਦੇ ਨੇ, ਸਿਪਾਹੀ ਥਾਂ ਥਾਂ ਤੇ ਫਿਰਦੇ ਨੇ, ਵੀ ਕਿਸੇ ਨਾ ਕਿਸੇ ਡਾਕਟਰ ਦੀ ਵਧੀਆ ਦੀ ਵੈਦ ਦੀ ਸਾਨੂੰ ਦੱਸ ਪੈ ਜਾਵੇ, ਅਸੀਂ ਫਿਰ ਇਸ ਰਾਜੇ ਨੂੰ ਠੀਕ ਕਰਾ ਲਈਏ। ਤੇ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ, ਆ ਕੇ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ, ਮਰਦਾਨਿਆਂ ਕਰ। ਮਰਦਾਨਾ ਕਹਿਣ ਲੱਗਾ ਮਰਜ ਭੁੱਖ ਲੱਗੀ ਹੈ। ਕਹਿੰਦੇ ਖੜ ਜਾ, ਤੈਨੂੰ ਪ੍ਰਸ਼ਾਦਾ ਛਕਾ ਦਿੰਦੇ, ਪਰ ਸ਼ਹਿਰ ਵਿੱਚ ਜਾ, ਪਹਿਲਾਂ ਤੂੰ ਸ਼ਹਿਰ ਵਿੱਚ ਜਾ ਕੇ ਇੱਕ ਹੁੱਕਾ ਦੇ ਦੀ। ਸੱਚੇ ਪਾਤਸ਼ਾਹ ਮੈਂ ਕੀ ਕਹਿਣਾ ਸ਼ਹਿਰ ਵਿੱਚ? ਕਹਿੰਦੇ ਸ਼ਹਿਰ ਦੀ ਗਲੀ ਗਲੀ ਵਿੱਚ ਇਹ ਕਹਿੰਦਾ ਫਿਰੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਤਨਾ ਸੋਠ ਰਾਗ ਦੇ ਵਿੱਚ ਗੁਰੂ ਜੀ ਦਾ ਸ਼ਬਦ ਹੈ।
मेरा वैद गुरु गोबिंदा। भाई मरदाना जी हुण तुरे जाते ने, गल विच रबाब पाई जाती है, पाई है तो उच्ची उच्ची पढ़ते जाते ने। ये गल राजे दे वजीरां ने सुन ली। जदों भाई मरदाने ने उच्ची देने आख्या, आ गया जी बाबा वैद रोगियां दा, आ गया जी वैद रोगियां दा, आ गया जी वैद रोगियां दा, आ गया जी बाबा वैद रोगियां दा, आ गया जी वैद रोगियां दा, आ गया जी बाबा वैद रोगियां दा। ਇਹ ਹੁਕਾ ਗੁਰੂ ਨਾਨਕ ਦੇ ਸਿੱਖ ਭਾਈ ਮਰਦਾਨੇ ਨੇ ਦਿੱਤਾ। ਆ ਕੇ ਸਾਰੇ ਵਜ਼ੀਰ ਆਲੇ ਦਾਲੇ ਖੜ ਗਏ। ਉਹ ਤੇਰਾ ਵੈਦ, ਜਿਹੜਾ ਤੇਰਾ ਗੁਰੂ ਹੈ ਵੈਦ ਹੈ? ਕਹਿੰਦੇ ਹਾਂ। ਉਹ 2 ਰੋਗਾਂ ਦਾ ਇਲਾਜ ਕਰਦਾ, 2 ਰੋਗਾਂ ਦਾ, ਇੱਕ ਜਿਸਮਾਨੀ ਤੇ ਇੱਕ ਰੂਹਾਨੀ। 2 ਰੋਗ ਹੋਣ ਜਿਹਨੂੰ, ਬਾਕੀ ਹੋਰ ਰੋਗ ਨੂੰ ਹੱਥ ਨਹੀਂ ਪਾਉਂਦਾ। ਇਹਨਾਂ ਦੇ ਵਿੱਚ ਸਾਰੀ ਆ ਗਏ। ਜਦੋਂ ਇਹ ਗੱਲ ਆਖੀ ਭਾਈ ਮਰਦਾਨੇ ਨੇ, ਇੱਕ ਜਿਸਮਾਨੀ ਤੇ ਇੱਕ ਰੂਹਾਨੀ, 2 ਰੋਗਾਂ ਦਾ ਮੇਰਾ ਗੁਰੂ ਨਾਨਕ ਇਲਾਜ ਕਰਦਾ ਹੈ। ਕਹਿੰਦੇ ਲਿਆ ਛੇਤੀ ਵੈਦ ਨੂੰ। ਕਹਿੰਦਾ ਇੰਨਾ ਸਸਤਾ ਨਹੀਂ ਹੈ ਵੀ ਐਂ ਤੁਹਾਡੇ ਘਰ ਚੱਲ ਕੇ ਆ ਜਾਊਗਾ। ਉਹਨੂੰ ਕੋਈ ਲੋਭ ਲਾਲਚ ਥੋੜ੍ਹੀ ਹੈ। ਕਹਿੰਦੇ ਬੈਠਾ ਕਿੱਥੇ ਹੈ? ਬਾਹਰ ਉਹ ਜੰਗਲ ਦੇ ਵਿੱਚ ਇੱਕ ਦਰਖਤ ਦੇ ਥੱਲੇ ਬੈਠਾ ਹੈ। ਭੱਜ ਕੇ ਗਏ ਰਾਜੇ ਦੇ ਵਜ਼ੀਰ, ਫਟਾਫਟ ਜਾ ਕੇ ਪਹੁੰਚੇ, ਮੱਥਾ ਟੇਕਿਆ। ਮਹਾਰਾਜ, ਆ ਤੁਹਾਡਾ ਇੱਕ ਸਿੱਖ ਹੈ ਜਿਹੜਾ ਸੇਵਕੋ ਹੁਕਾ ਦਿੰਦਾ ਫਿਰਦਾ ਸੀ, ਮੇਰਾ ਵੈਦ ਗੁਰੂ ਗੋਬਿੰਦਾ, ਤੁਹਾਡੇ ਕੋਲੇ ਦਵਾਈ ਹੈ? ਮਰਜੀ ਕਹਿੰਦੇ ਹਾਂ ਹੈ ਦਵਾਈ। ਸਾਡੇ ਰਾਜੇ ਨੂੰ ਕੋੜ ਹੋ ਗਿਆ, ਮਰਜ ਹੱਸਣ ਲੱਗ ਗਏ। ਕਹਿੰਦੇ ਲੈ ਇਹ ਕੋਈ ਵੱਡੀ ਗੱਲ ਹੈ, ਇਹ ਤਾਂ ਹੁਣ ਹਟ ਜੂ 1 ਮਿੰਟ ਵਿੱਚ ਦੀ। ਫਿਰ ਬੇਨਤੀ ਕਰੀ, ਮਹਾਰਾਜ ਚਲੋ ਸਾਡੇ ਉਸ ਰਾਜੇ ਦੇ ਕੋਲੇ ਜਾ ਕੇ ਦਵਾਈ ਦਿਓ। ਮਰਜੀ ਕਹਿਣ ਲੱਗੇ ਮੈਂ ਨਹੀਂ ਜਾਂਦਾ, ਇੱਥੇ ਲੈ ਕੇ ਆਓ ਜਿਹਨੂੰ ਰੋਗ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਗੱਲਾਂ ਕਰਦੇ ਕਰਦੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਦਵਾਈ ਹੈ ਤਾਂ ਸਭ ਕੁਝ ਸੀ। ਭਾਈ ਮਰਦਾਨੇ ਨੂੰ ਪਤਾ ਸੀ ਸਭ ਕੁਝ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਰਾਜੇ ਨੂੰ ਰੋਗ ਲੱਗਿਆ ਹੋਇਆ ਨਾ, ਇਹਦੀ ਦਵਾਈ ਤਾਂ ਆਪਾਂ ਭੁੱਲ ਆਏ। ਜਦੋਂ ਇਹ ਗੱਲ ਆਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਦੁੱਖ ਰਾਜੇ ਨੂੰ ਆ ਉਹਦੀ ਦਵਾਈ ਤਾਂ ਅਸੀਂ ਭੁੱਲ ਆਏ ਆਪਣੇ ਦੇਸ਼ ਵਿੱਚ। ਰਾਜੇ ਦੇ ਵਜ਼ੀਰ ਕਹਿਣ ਲੱਗੇ ਸਾਡੇ ਕੋਲੇ ਘੋੜੇ ਬੜੇ ਤੇਜ਼ ਨੇ, ਰੱਥ ਬੱਗੀਆਂ ਨੇ, ਉਹਨਾਂ ਦੇ ਸਾਧਨ ਉਸ ਵੇਲੇ ਦੇ ਸਭ ਕੁਝ ਹੈ। ਮਹਾਰਾਜ ਕਿਰਪਾ ਕਰੋ, ਅਸੀਂ ਕੋਈ ਤੇਜ਼ ਬੰਦੇ ਭੇਜ ਦਿੰਦੇ ਹਾਂ, ਤੇਜ਼ ਘੋੜੇ ਭੇਜ ਦਿੰਦੇ ਹਾਂ, ਅਤੇ ਤੁਸੀਂ ਦਵਾਈ ਦੱਸ ਦਿਓ। ਮਹਾਰਾਜ ਕਹਿੰਦੇ ਉਹ ਇੱਥੇ ਨਹੀਂ ਮੇਰਾ ਦੇਸ਼, ਉਹ ਤਾਂ ਬਾਹਲੀ ਦੂਰ ਹੈ, ਬਾਹਲੀ ਦੂਰ ਹੈ। ਮਹਾਰਾਜ ਕਿੱਥੇ ਹੈ? ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਮ। ਕਹਿੰਦੇ ਮੇਰਾ ਸ਼ਹਿਰ ਹੈ ਜਿਹੜਾ ਨਾ, ਉਹਦਾ ਨਾਮ ਹੈ ਬੇਗਮਪੁਰਾ। ਅਤੇ ਹੁਣ ਉਹ ਰਾਜੇ ਦੇ ਵਜ਼ੀਰ ਉੱਚੀ ਉੱਚੀ ਰੋਣ ਲੱਗ ਪਏ। ਕਹਿੰਦੇ ਵੈਦ ਵੀ ਮਿਲ ਗਿਆ, ਹੁਣ ਦਵਾਈ ਭੁੱਲ ਆਇਆ, ਸਾਡਾ ਰਾਜਾ ਨਹੀਂ ਠੀਕ ਹੋਣ ਲੱਗਿਆ। ਮਹਾਰਾਜ ਕਹਿਣ ਲੱਗੇ ਤੁਹਾਡੇ ਰਾਜੇ ਨੂੰ ਹੁਣੀ ਠੀਕ ਕਰ ਦਿੰਦੇ ਹਾਂ, ਤੁਹਾਡੇ ਸ਼ਹਿਰ 'ਚੋਂ ਵੀ ਸ਼ਾਇਦ ਦਵਾਈ ਮਿਲ ਜਾਵੇ। ਉਹ ਮਹਾਰਾਜ ਜੀ ਕਿਰਪਾ ਕਰ ਦਿਓ, ਦੱਸੋ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਸਾਨੂੰ ਇੱਕ ਬ੍ਰਹਮ ਗਿਆਨੀ ਦੀ ਲੋੜ ਹੈ, ਇੱਕ ਦੀ। ਰਾਜੇ ਦੇ ਵਜ਼ੀਰ ਉੱਚੀ ਉੱਚੀ ਹੱਸਣ ਲੱਗ ਗਏ। ਕਹਿੰਦੇ ਤੁਸੀਂ ਇੱਕ ਦੀ ਗੱਲ ਕਰਦੇ ਹੋ, ਸਾਡਾ ਤਾਂ ਸ਼ਹਿਰ ਹੀ ਸਾਰਾ ਬ੍ਰਹਮ ਗਿਆਨੀਆਂ ਦਾ। ਧੋਤੀਆਂ ਪਾਈਆਂ ਨੇ, ਹੱਥ ਵਿੱਚ ਮਾਲਾ ਫੜੀਆਂ ਹੋਈਆਂ ਨੇ, ਅਤੇ 10 ਕਿੱਧਰ ਨੂੰ ਜਾਂਦੇ ਨੇ। ਪੁੱਛੋ ਉਹਨਾਂ ਨੂੰ ਤੁਸੀਂ ਕਿਉਂ? ਕਹਿੰਦੇ ਬ੍ਰਹਮ ਗਿਆਨੀ। 20 ਕਿੱਧਰ ਨੂੰ ਜਾਂਦੇ ਨੇ। ਮਹਾਰਾਜ ਸਾਡਾ ਤਾਂ ਸ਼ਹਿਰ ਭਰਿਆ ਪਿਆ। ਕਹਿੰਦੇ ਉਹ ਇੰਨੇ ਨਹੀਂ ਚਾਹੀਦੇ, ਸਾਨੂੰ ਤਾਂ ਇੱਕੋ ਹੀ ਚਾਹੀਦਾ। ਕਹਿੰਦੇ ਕਰੋਗੇ ਕੀ? ਕਹਿੰਦੇ ਜਿਉਂਦੇ ਬ੍ਰਹਮ ਗਿਆਨੀ ਨੂੰ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢ ਕੇ ਰਾਜੇ ਦੇ ਮਲ ਦਾਂਗੇ, ਰਾਜਾ ਠੀਕ ਹੋ ਜਾਊਗਾ ਅਤੇ ਬ੍ਰਹਮ ਗਿਆਨੀ ਦਾ ਭੋਗ ਪੈ ਜਾਊਗਾ। ਹੁਣ ਉਹ ਦੇਖ ਕੇ ਸਾਰੇ ਕਹਿਣ ਲੱਗੇ ਕੰਮ ਤਾਂ ਔਖਾ, ਚਲੋ ਪੁੱਛਦੇ ਹਾਂ। ਸ਼ਹਿਰ ਵਿੱਚ ਗਏ, ਹੁਣ ਆਉਂਦੇ ਨੇ 10 ਕੁ ਤੁਰੇ ਮੇਰੇ ਵਰਗੇ, ਆ ਝੁੱਗੇ ਪਾਏ ਨੇ ਉਹਨਾਂ ਦੇ ਚਿੱਟੇ ਚਿੱਟੇ, ਹੱਥ ਵਿੱਚ ਮਾਲਾ ਫੜੀਆਂ ਹੋਈਆਂ ਨੇ, ਅਤੇ ਐਂ ਤੇਜ਼ੀ ਨਾਲ ਤੁਰੇ ਆਉਂਦੇ ਨੇ। ਵਜ਼ੀਰਾਂ ਨੇ ਮੱਥਾ ਟੇਕਿਆ, ਮਹਾਰਾਜ ਤੁਸੀਂ ਕੌਣ ਹੋ? ਕਹਿੰਦੇ ਬ੍ਰਹਮ ਗਿਆਨੀ ਹੈ। ਕਹਿੰਦੇ ਇੱਕ ਦੀ ਲੋੜ ਹੈ। ਕਹਿੰਦੇ 10 ਹੀ ਚੱਲਦੇ ਹਾਂ, ਦੱਸੋ। ਉਹਨਾਂ ਨੂੰ ਇਹ ਸੀ ਵੀ ਚੰਗਾ ਛਕਣ ਛਕਾਉਣ ਨੂੰ ਮਿਲ ਜੂਗਾ। ਕਹਿੰਦੇ ਇੱਥੇ ਕੋਈ ਵੈਦ ਆਏ ਨੇ ਬਾਹਰੋਂ, ਉਹਨਾਂ ਦਾ ਨਾਮ ਹੈ ਗੁਰੂ ਨਾਨਕ ਕਲਯੁੱਗ ਦੇ ਤਾਰਨ ਵਾਸਤੇ, ਉਹਨਾਂ ਨੂੰ ਇੱਕ ਬ੍ਰਹਮ ਗਿਆਨੀ ਦੀ ਲੋੜ ਹੈ। ਕਹਿੰਦੇ ਕੀ ਕਰਨਾ ਕੀ ਹੈ? ਕਹਿੰਦੇ ਕਰਨਾ ਤਾਂ ਇਹੀ ਹੈ ਵੀ ਇੱਕ ਬ੍ਰਹਮ ਗਿਆਨੀ ਨੂੰ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢ ਕੇ ਰਾਜੇ ਦੇ ਮਲ ਦੇਣਗੇ, ਰਾਜਾ ਠੀਕ ਹੋ ਜਾਊਗਾ ਅਤੇ ਬ੍ਰਹਮ ਗਿਆਨੀ ਦਾ ਭੋਗ ਪੈ ਜਾਊਗਾ। ਇਸ ਤਰ੍ਹਾਂ ਖੜ੍ਹੇ ਸੀ, ਹੱਥ ਵਿੱਚੋਂ ਮਾਲਾ ਥੱਲੇ ਡਿੱਗ ਪਈਆਂ।
ਤੇ ਬਸ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਕਹਿੰਦੇ ਜਿਉਂਦੇ ਬੰਦੇ ਨੂੰ ਕੋਹਲੂ ਚਪੇੜਨਗੇ। ਸਾਰਿਆਂ ਨੇ ਛੇਤੀ ਦਿਨ ਇੱਕ ਜਵਾਨ ਵਿੱਚ ਕਹਿ ਦਿੱਤਾ, ਕਹਿੰਦੇ ਸਾਨੂੰ ਤਾਂ 4-5 ਦਿਨ ਹੋ ਗਏ ਬ੍ਰਹਮ ਗਿਆਨ ਛੱਡੇ ਨੂੰ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਛੱਡਤਾ ਸੀ, 4-5 ਦਿਨ ਹੋ ਗਏ ਸਾਨੂੰ ਤਾਂ। ਉਹ ਕਹਿ ਦਿਓ ਹੁਣ ਵੈਦ ਮਿਲ ਗਿਆ, ਹੁਣ ਬ੍ਰਹਮ ਗਿਆਨੀ ਨਹੀਂ ਮਿਲ ਰਿਹਾ। ਅੱਗੇ ਉਹ 20 ਹੋਰ ਆਉਂਦੇ ਨੇ ਤੁਰੇ, ਉਹਨਾਂ ਦੇ ਅੱਗੇ ਵਜ਼ੀਰ ਹੋ ਗਏ। ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਬ੍ਰਹਮ ਗਿਆਨੀ ਹੈ। ਕਹਿੰਦੇ ਇੱਕ ਚਾਹੀਦਾ। ਕਹਿੰਦੇ 20 ਦੇ 20 ਚੱਲਾਂਗੇ, ਦੱਸੋ। ਉਹਨਾਂ ਨੂੰ ਪਤਾ ਸੀ ਰਾਜੇ ਵਜ਼ੀਰ ਹੈ, ਮਹਿਲਾਂ 'ਚ ਲੈ ਕੇ ਜਾਣਗੇ, ਅਸੀਂ ਕੋਈ ਨਾ ਕੋਈ ਮਾੜਾ ਮੋਟਾ ਥੋੜਾ ਥੋੜਾ ਕਰ ਦਿਆਂਗੇ, ਠੀਕ ਇੰਨੇ ਨਾਲ ਸਾਨੂੰ ਛਕਣ ਛਕਾਉਣ ਨੂੰ ਕੁਝ ਮਿਲ ਜੂ। ਕਹਿੰਦੇ 20 ਦੇ 20 ਤਿਆਰ ਹੈ। ਕਹਿੰਦੇ ਇੱਕੋ ਹੀ ਚਾਹੀਦਾ। ਕੀ ਕਰੋਗੇ? ਕਹਿੰਦੇ ਜਿਉਂਦੇ ਨੂੰ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢ ਕੇ ਰਾਜੇ ਦੀ ਮਾਲਸ਼ ਕਰ ਦਾਂਗੇ, ਰਾਜਾ ਠੀਕ ਹੋ ਜਾਊਗਾ। ਤੇ ਬ੍ਰਹਮ ਗਿਆਨੀ ਦਾ ਤੁਹਾਨੂੰ ਪਤਾ ਹੀ ਫਿਰ ਕੀ ਹੋ ਜਾਊਗਾ। ਉਹ 20 ਦੇ 20 ਮੁੱਕਰ ਕੇ ਕਹਿੰਦੇ ਸਾਨੂੰ ਤਾਂ ਆਪ 4-5 ਦਿਨ ਹੋ ਗਏ ਬ੍ਰਹਮ ਗਿਆਨ ਛੱਡੇ ਨੂੰ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਰ ਦੇ ਕੋਲ ਆ ਕੇ ਸੱਚੇ ਪਾਤਸ਼ਾਹ ਅੱਜ ਬਿਪਤਾ ਦੀ ਘੜੀ ਹੈ, ਜੋ ਵੀ ਮੁੱਖ ਮੋੜ ਗਏ। ਕਹਿੰਦੇ ਜਦੋਂ ਮਨੁੱਖ ਉੱਤੇ ਬਿਪਤਾ ਪੈ ਜਾਏ, ਬਿਪਤਾ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਗੱਲ ਕਹਿੰਦੇ ਨੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇਰਾ। ਕਹਿੰਦੇ ਜਦੋਂ ਮਨੁੱਖ ਉੱਤੇ ਬਿਪਤਾ ਪੈ ਜਾਵੇ, ਫਿਰ ਉਹ ਸ਼ਾਇਰ ਨੇ ਚੰਦ ਲੈਣਾ ਵੀ ਲਿਖੀਆਂ, ਜਦ ਬਖਤ ਇਨਸਾਨ ਤੇ ਆਣ ਪੈਂਦੇ, ਸਰਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਬੁਰੇ ਭਲੇ ਦੀ ਨਾ ਕੋਈ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਉਹ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਵਿੱਚੋਂ ਹਟ ਜਾਂਦੇ। ਕਹਿੰਦੇ ਯਾਰ ਅੱਜ ਵੈਦ ਮਿਲ ਗਿਆ ਬ੍ਰਹਮ ਗਿਆਨੀ। ਫਿਰ ਸਾਰੇ ਚਲੇ ਗਏ ਗੁਰੂ ਨਾਨਕ ਦੇ ਮਹਾਰਾਜ ਕੋਲੇ। ਕਹਿੰਦੇ ਮਹਾਰਾਜ ਕੋਈ ਬ੍ਰਹਮ ਗਿਆਨੀ ਨਹੀਂ ਮਿਲਿਆ। ਕਹਿੰਦੇ ਬ੍ਰਹਮ ਗਿਆਨੀ ਨਹੀਂ, ਇਹ ਤਾਂ ਨਾ ਇੱਕ ਪਖੰਡ ਦਾ ਇਹਨਾਂ ਨੇ ਰਾਹ ਫੜਿਆ ਹੋਇਆ ਸੀ। ਜੇ ਤੁਸੀਂ ਬ੍ਰਹਮ ਗਿਆਨੀ ਨੂੰ ਮਿਲਣਾ ਤਾਂ ਉਹ ਇੱਕੋ ਹੀ ਹੈ। ਜਗ ਸੰਸਾਰ ਦੇ ਵਿੱਚ ਕੇਵਲ ਜਿਵੇਂ ਇੱਕ ਪ੍ਰਧਾਨ ਮੰਤਰੀ ਹੁੰਦਾ, ਇੱਕ ਮੁੱਖ ਮੰਤਰੀ ਹੁੰਦਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਇੱਕ ਹੈ। ਤੇ ਜਿਹਨੂੰ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਮਹੇਸ਼ਰ ਨਾਮ ਸ਼ਿਵ ਜੀ ਦਾ। ਕਹਿੰਦੇ ਸ਼ਿਵ ਜੀ ਬ੍ਰਹਮ ਗਿਆਨੀ ਨੂੰ ਭਾਲਦਾ ਫਿਰਦਾ, ਜਿਹਦੇ ਗਲ ਵਿੱਚ ਹਰ ਵਕਤ ਸੱਪ ਪਾਏ ਹੋਏ ਨੇ। ਕਹਿੰਦੇ ਉਹ ਢੂੰਡਣਾ ਕਰਦਾ ਫਿਰਦਾ, ਮੈਨੂੰ ਕੋਈ ਬ੍ਰਹਮ ਗਿਆਨੀ ਮਿਲ ਜਾਵੇ ਤੇ ਜਿਹਦੀ ਸ਼ਰਨ ਦੇ ਵਿੱਚ ਜਾ ਕੇ ਮੇਰਾ ਭਲਾ ਹੋ ਜੇ। ਬ੍ਰਹਮ ਗਿਆਨੀ ਮਹੇਸ਼ਰ ਸ਼ਿਵ ਜੀ ਕਹਿੰਦੇ ਭਾਲਦਾ ਫਿਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੋਹਰ ਲਾ ਕੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਕਹਿ ਦਿੱਤਾ। ਮਹਾਰਾਜ ਜੀ ਕੀ ਕਹਿੰਦੇ? ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ, ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ, ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ ਹੈ, ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ ਹੈ, ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ ਹੈ, ਸ਼ਿਵ ਜੀ ਟੋਲਦੇ ਫਿਰਦੇ ਪਰਮੇਸ਼ਰ ਹੈ। ਬਾਜੀ ਕਹਿੰਦੇ ਇੱਕੋ ਬ੍ਰਹਮ ਗਿਆਨੀ ਇੱਕ ਮਿਲੂਗਾ। ਕੌਣ? ਧੰਨ ਬਾਬਾ ਬੁੱਢਾ ਜੀ, ਜਿਹਦੀ ਵਿਚਾਰ ਚੱਲ ਰਹੀ ਹੈ। ਇੱਕ ਬ੍ਰਹਮ ਗਿਆਨੀ। ਤੇ ਸਾਡੇ ਮਾਲਵੇ ਦੀ ਧਰਤੀ ਨੂੰ ਤਾਰਨ ਵਾਸਤੇ ਉਹ ਧੰਨ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਘਰ, ਮਾਤਾ ਭੋਲੀ ਜੀ ਦੇ ਘਰ ਸੰਤ ਅਤਰ ਸਿੰਘ ਮਹਾਰਾਜ ਜੀ ਆਏ, ਜਿਨ੍ਹਾਂ ਨੇ ਆਹ ਸਾਰਾ ਇਲਾਕਾ ਬਾਣੀ ਪੜ੍ਹ ਕੇ ਤਾਰ ਦਿੱਤਾ। ਕਹਿੰਦੇ ਇੱਕ ਹੈ, ਮਹਾਰਾਜ ਕਿਰਪਾ ਕਰ ਦਿਓ। ਕਹਿੰਦੇ ਆਹ ਸਾਈਡ ਚਲੇ ਜਾਓ, ਅੱਗੇ ਪਹਾੜ ਆਊਗਾ, ਪਹਾੜ ਦੀ ਕੰਦਰ ਦੇ ਵਿੱਚ ਨਾ ਇੱਕ ਬ੍ਰਹਮ ਗਿਆਨੀ ਬੈਠਾ ਹੈ। ਤੇ ਉਹਦਾ ਸਰੀਰ ਕਿਹੋ ਜਿਹਾ? ਤਨ ਸੁੱਕਾ, ਪਿੰਜਰ ਥੀਆ, ਤਲੀਆਂ ਕੁੰਡਾ, ਕਾਗਜੇ ਸੁਰਬ ਨਾ ਬੜਿਓ, ਦੇਖ ਬੰਦੇ ਦੇ ਪਾਗ। ਜਾਓ ਚਲੇ ਜਾਓ। ਚਲੇ ਗਏ, ਜਾ ਕੇ ਦੇਖਿਆ ਪਹਾੜ ਦੀ ਕੰਦਰ ਵਿੱਚ ਇੱਕ ਫਕੀਰ ਬੈਠਾ ਹੈ, ਸੁੱਕਿਆ ਪਿਆ ਜਮੈਣ। ਜਾ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਰਾਜੇ ਦੇ ਵਜ਼ੀਰ ਪੁੱਛਦੇ ਨੇ, ਮਹਾਰਾਜ ਤੁਸੀਂ ਬ੍ਰਹਮ ਗਿਆਨੀ ਹੋ? ਉਸ ਫਕਰ ਫਕੀਰ ਨੇ ਹੱਥ ਬੰਨ੍ਹ ਕੇ ਆਖਿਆ, ਮੈਂ ਬ੍ਰਹਮ ਗਿਆਨੀ ਨਹੀਂ, ਮੈਂ ਤਾਂ ਬ੍ਰਹਮ ਗਿਆਨੀ ਦੇ ਚਰਨਾਂ ਦੀ ਧੂੜ ਵੀ ਨਹੀਂ ਬਣਿਆ ਹਜੇ। ਬੇਗਮਪੁਰਾ ਸ਼ਹਿਰ ਕੋ ਨਾ, ਉਹ ਗੱਲ ਇਹ ਕਹੂਗਾ। ਹੁਣ ਕਈ ਮਨੁੱਖ ਐਸੇ ਨੇ, ਦੁਕਾਨ ਤੇ ਸਮਾਨ ਹੁੰਦਾ ਨਹੀਂ, ਬੋਰਡ ਵੱਡਾ ਲਿਖ ਕੇ ਲਾ ਲੈਂਦੇ ਨੇ ਵੀ ਇੱਥੇ ਆਹ ਵੀ ਹੈ, ਇੱਥੇ ਆਹ ਵੀ ਹੈ, ਇੱਥੇ ਆਹ ਵੀ ਹੈ।
पर जदों किते अंदर जाके पुछो भी आ दुकान ते है समान, वो कहन लगे ये तो मुक्या होया, बोर्ड वड्डा लग्या होया। ते कई ऐसे हुंदे ने बोर्ड नहीं लाउंदे, समान दुकान विच बहुत हुंदा, भरी पई हुंदी है दुकान। ते जदों मत्था टेक के पुछया तुसीं कहंदे ना मैं तां हजे ब्रह्म ਗਿਆਨੀਆਂ ਦੇ ਚਰਨਾਂ ਦੀ ਧੂੜੀ ਬਣਨ वास्ते बैठा है, जे किते मैनूं बना लैणगे। कहंदे तुहानूं गुरु नानक ने याद करिया। फकीर बड़ा हस्या, ओ शुक्र है मैनूं आप दर्शन देण वास्ते गुरु नानक आ गया। ते जदों फकीर हस्या, वो मेरे वड्डे भाग ने, आ समय नूं ਡੀਕਦੇ ਡੀਕਦੇ मैनूं किन्ना समा हो गया, देखो मेरा तन भी आ सुक गया जमा। ते फकर फकीर ने क्या की करना है, कहंदे राजे नूं कोढ़ हो गया, ते आ तुहानूं ना जिउंदिਆਂ ਨੂੰ कोल्लू विच पीड़ के तुहाडा तेल कढ के राजे दे मलिया जाऊगा, राजा ठीक हो जाऊगा, तुहाडा भोग पै जाऊगा। ब्रह्म ज्ञानी तो उठिया तां नहीं गया, उत्थे ताड़ियां मार लग गया उच्ची उच्ची। कहंदे वो ताड़ियां मारदा क्यों, कहंदे सारी जिंदगी ये शरीर नाल नाम जपिया जाते हुए भी हुण लेखे लग रहा। देखो ये ब्रह्म ज्ञानी की निशानी है, जाते हुए भी ये शरीर लेखे लग रहा, किसी दे काम आ जावे। मैं सारी जिंदगी तां ही नाम जपिया सी भी जाता होया ये शरीर किसी दे लेखे लग जावे। ते ब्रह्म ज्ञानी चुक लियांदा ते धन गुरु नानक दे महलों में चले गए। जाके करना तो मेहर की दृष्टि नाल सी, गुरु नानक ने ठीक। हुण ब्रह्म गुरु नानक किहड़ा मारन आया सी किसी नूं, गुरु नानक तो तारन आया सी। कहंदे महाराज आ ब्रह्म ज्ञानी मिल गया, कहंदे इउं करो इहनूं थल्ले बिठा दिओ, उत्ते 3 लकड़ां गड्ढ के उत्ते एक घड़ा रख दिओ पानी दा भर के, उहदे विच छोटी जी गली कढ दिओ, पानी पा दिओ, सीधी धार ब्रह्म ज्ञानी दे सिर विच पवे, जिवें जल धारा करदे हुंदे ने साधु। पोह ते माघ विच जल धारा करते हैं। जदों पोह ते माघ तो लोग हथ धोण तो भी कतराउंदे ने भी ठंडा पानी है, जे माड़ा जिहा रजाई चों हथ बाहर निकल जाए ना, देखो फिर किवें करदे ने। ते पोह ते माघ दे विच साधु जन फिर चौंकड़ा मार के बहन 101 डोल बाबा तर सिंह जी डेरू साहब वाले होए, 101 डोल उन्हां दे सिर विच पैंदा हुंदा। चलो खैर कहण तो मैं विचार नूं नेड़े लेके जावां। ਉਹ पानी सिर विच पई गया, आले दाले बट कर दी, ब्रह्म ज्ञानी नूं चक के बाहर बिठा दिता, उस पानी दे नाल राजे दा इशनान कर दिता। फिर महाराज जी कहंदे भयो मनूर कंचन फिर होवै, जे गुर मिलै तनेहा। कहंदे फिर राजे दे भाग जाग पे। करना गुरु नानक ने ठीक है, गुरु नानक दी दवाई ने ठीक करना है, पर एक जरिया बनाता ब्रह्म ज्ञानियां नूं, महापुरखां नूं, रब दे फकीरां नूं। ते जेड़े धन बाबा बुढ़ा जी जिन्हां ते गुरु नानक दी नज़र पै गई, ते अज 6वें गुरु नानक दी नज़र पै रही है। महाराज जी कहंदे वो एक निमरता दे पुंज हुंदे ने, जिन्हां दे विच ये बाणी पढ़दियां सेवा सिमरन करदियां निमरता आ जावे। सब तो वड्डा ही गहना निमरता दा, बस मैं उते दा ही जोर दिन्ना। जिहदे कोले आ हथियार ने इस तरह हथ बन के जित लेना, वो डांग सोटे ना नहीं जित सकदा। मैं शायद तुहाडे नाल पहलां भी अर्ज करी, असी बागड़ियां तो आ रहे सी, बागड़ियां तो इत्थे तपे नूं मोहाली दे नाल ही, मोहाली महापुरखां दा स्थान है दूजा, उत्थे असीं बागड़ियां तुर पे। धूरी तो परले पासे उत्थे चरस्ता जिहा पैंदा, उत्थे पुलिस वाले खड़े, ये कह लो भी वो चिड़ी नूं भी नहीं लंघण दिंदे सी, किसे नूं भी। सानू भी उन्होंने हथ दे लिया मार के सीटी, रोको बाबे वो इत्थे लाओ, कड्डो एक पासे, कागज कड्डो कित्थे है। मैं कहंदे आ जवाक चलाउंदा इहदा लाइसेंस है, मैं कहा जी नहीं है, लाइसेंस तो मेरा ही है। कहंदे फिर इहदा लाइसेंस नहीं, इहनूं चलाउण क्यों लाया? मैं कहा मेरे एक्सीडेंट हुआ, लत्त टुटी हुई है, मैं इत्थों चलदा नहीं है। चलो पहले सवाल विच ने कागज कड्डो, साडे कोल कोई भी कागज ना, कोई भी, सच जाने गुरु की गोद विच बैठे हैं, ना लाइसेंस ना होर कोई कापी कूपी उहदा कुछ नहीं साडे कोले। ते जदों वो मैं कहना किसी बंदे नूं भी ना लंघण देण, ते वो जिहड़ा बड़ा अफसर सी उहदे कोले मैनूं लै गए, कहंदे भी वो बैठा, जा उहदे नाल गल कर ले जाके। असीं क्या भी चलो जिहड़ी कोई तुहाडी चाह पानी है भी वो लै के सानूं तुरदे करो। कहंदे नहीं जी ऐ चाह पानी, जाओ बड़े अफसर कोले जाके। उत्थे मैं हथ बन के खड़ गया, की हुक्म है?
ਕਹਿੰਦੇ ਕਿੱਥੋਂ ਆਏ ਹੋ? ਮੈਂ ਕਿਹਾ ਮਾਲੀ ਤੋਂ ਆਏ। ਜਾਣਾ ਕਿੱਥੇ? ਕਹਿੰਦੇ ਮੈਂ ਕਿਹਾ ਜੀ ਤਪੇ ਜਾਣਾ। ਕਹਿੰਦੇ ਜਾਓ ਬਾਬਾ ਜੀ, 1 ਮਿੰਟ ਲਾਇਆ, ਬੋਲੋ ਸਤਨਾਮ ਵਾਹਿਗੁਰੂ। ਬਸ ਇਹੀ ਕੀਤਾ ਮੈਂ ਕਿਹਾ ਜੀ ਕੀ ਹੁਕਮ ਹੈ ਜਨਾਬ ਦਾ? ਕਹਿੰਦੇ ਜਾਓ ਬਾਬੇ, ਬਸ ਤੁਸੀਂ ਭਾਵ ਕਹਿਣ ਤੋਂ ਜਿੰਨਾ ਬੰਦਾ ਹੀ ਇਹ ਹੱਥ ਬੰਨਣ ਦੇ ਨਾਲ ਇੱਕੇ ਲੱਗ ਛੇਤੀ ਲੋਟ ਆਉਂਦਾ ਨਾ, ਉਹਨਾਂ ਆਕੜ ਨਾਲ ਨਹੀਂ ਹੋ। ਜੇ ਕੋਈ ਬੰਦਾ ਆਕੜ ਨਾ ਕਹੇ ਨਾ, ਫਿਰ ਉਹ ਬੜੇ ਪਿਆਰ ਦੇ ਵਿੱਚ ਆ ਕੇ ਲਿਖਦੇ ਆ, ਕਹਿੰਦੇ ਨੀਵੇਂ ਥਾਂ ਨੂੰ ਪਾਣੀ ਜਾਂਦਾ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੂੰ ਪਰਮਾਤਮਾ ਦੇ ਘਰ ਦੇ ਵਿੱਚੋਂ ਦਵਾਈ ਖਾਣੀ ਚਾਹੁੰਦਾ ਤਾਂ ਫਿਰ ਇੱਕੋ ਹੀ ਕੰਮ ਕਰ। ਆਓ ਇਸੇ ਤਾਲਨਾ ਦੇ ਨਾਲ ਸਾਹਿਬ ਦੀ ਬਾਣੀ ਦੇ ਨਾਲ ਜੁੜਿਓ ਸਾਰੇ। ਉਹ ਜੇ ਪਾਉਣਾ ਭਗਵਾਨ ਗਰੀਬੀ ਤਾਰ, ਜੇ ਪਾਉਣਾ ਗਰੀਬੀ ਤਾਰ ਬਣਾ, ਜੋ ਪਾਉਣਾ ਭਗਵਾਨ ਗਰੀਬੀ ਤਾਰ ਬਣਾ, ਜੋ ਪਾਉਣਾ ਭਗਵਾਨ ਗਰੀਬੀ ਤਾਰ ਬਣਾ, ਜੇ ਪਾਉਣਾ ਭਗਵਾਨ ਗਰੀਬੀ ਤਾਰ ਬਣਾ, ਜੇ ਪਾਉਣਾ ਭਗਵਾਨ ਗਰੀਬੀ ਤਾਰ ਬਣਾ। ਹਰ ਜੀ ਕਹਿੰਦੇ ਨਿਮਾਣਾ ਹੋ ਕੇ ਗੁਰੂ ਦੇ ਘਰ ਦੇ ਵਿੱਚ ਆ ਜਾ ਤੇ ਗੁਰੂ ਨਾਨਕ ਦੇ ਘਰ ਦੀ ਦਵਾਈ ਤੈਨੂੰ ਮਿਲ ਜੂਗੀ। ਜਿਹੜੀ ਦਵਾਈ ਹੈ ਮਹਾਰਾਜ ਜੀ ਕਹਿੰਦੇ ਔਖ ਦੇ ਆਏ, ਡਾਕਟਰਾਂ ਨੇ ਜਵਾਬ ਦਿੱਤਾ ਤੇ ਫਿਰ ਇੱਕ ਕੰਮ ਕਰ, ਜੇ ਗੁਰੂ ਨਾਨਕ ਦੇ ਘਰ ਦੀ ਦਵਾਈ ਖਾਣੀ ਹੈ ਸੌਖੀ, ਪੈਸਾ ਨਹੀਂ ਕੋਈ ਵੀ ਲੱਗਦਾ, ਪਰ ਅਸੀਂ ਪੈਸੇ ਵਾਲੇ ਪਾਸੇ ਜਾ ਕੇ ਬੋਲਾ ਖੁਸ਼ ਹਾਂ। ਜਿਹੜਾ ਬਾਹਲੇ ਡਾਕਟਰ ਪੈਸੇ ਇੱਕ ਟੀਕਾ ਭਰ ਕੇ ਲਾ ਦੇ ਤੇ ਦਵਾਈ ਦੇ ਦੇ ਤੇ ਉਹ ਕਹੇ ਵੀ ਲਿਆਓ ਜੀ 500 ਰੁਪਏ, ਅਸੀਂ ਕਹਾਂਗੇ ਇੱਥੋਂ ਲੋਟ ਠੀਕ ਹੋ ਜਾਾਂਗੇ ਜ਼ਰੂਰ। ਪਰ ਜਿਹੜਾ ਥੋੜੀ ਜੀ ਦਵਾਈ ਦੇ ਕੇ ਕਹੋ ਕੋਈ ਨਹੀਂ ਚਲੋ ਦੇ ਜੋ 10-20 ਰੁਪਏ, ਸਾਡੇ ਮਨ ਵਿੱਚ ਆ ਜੋ ਉਹਦੀ ਵੀ ਇਹਦੇ ਨਾਲ ਨਹੀਂ ਠੀਕ ਹੋਣਾ, ਹੁੰਦਾ ਹੀ ਨਹੀਂ ਹੈ। ਤੇ ਗੁਰੂ ਨਾਨਕ ਦੇ ਘਰ ਦੀ ਦਵਾਈ ਹੈ। ਕੋਈ ਵੀ ਦੁੱਖ ਰੋਗ ਹੈ, ਮਹਾਰਾਜ ਜੀ ਕਹਿੰਦੇ ਲੈ ਤੂੰ ਬਾਣੀ ਪੜ੍ਹਨੀ ਸ਼ੁਰੂ ਕਰ ਦੇ, ਸੇਵਾ ਤੇ ਭਾਵਨਾ, ਦੋ ਹੀ ਚੀਜ਼ਾਂ, ਇੱਕ ਸੇਵਾ ਤੇ ਇੱਕ ਸਿਮਰਨ। ਇੱਕ ਪਰਨ ਬਣਾ ਲਾ ਵੀ 40 ਦਿਨ ਮੈਂ ਆਹ ਸੇਵਾ ਕਰਨੀ ਹੈ ਤੇ 40 ਦਿਨ ਲਗਾਤਾਰ ਬਾਣੀ ਪੜ੍ਹਨੀ ਹੈ। ਜੇ ਦੁੱਖ ਤੇ ਰੋਗ ਦੂਰ ਨਾ ਹੋਏ ਤੇ ਜਦੋਂ ਮਰਜ਼ੀ ਆ ਕੇ ਮੈਨੂੰ ਬਾਂਹ ਤੋਂ ਫੜ ਕੇ ਕਹਿ ਦਿਓ ਬਈ ਆਹ ਸਾਡਾ ਦੁੱਖ ਤਾਂ ਠੀਕ ਨਹੀਂ ਹੋਇਆ, ਤੇ ਤੂੰ ਉਹਦੇ ਕਹਿੰਦਾ ਸੀ ਇਹ ਗੱਲ ਜ਼ੋਰ ਦੇ ਕੇ, ਹੋਊਗਾ ਜ਼ਰੂਰ। ਪਰ ਲੋੜ ਅੰਦਰ ਸ਼ਰਧਾ ਹੋਵੇ ਤੇ ਦੋ ਹੀ ਚੀਜ਼ਾਂ ਹੋਣ, ਹੱਥ ਵਿੱਚ ਸੇਵਾ ਹੋਵੇ ਤੇ ਮੁਖ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋਵੇ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਕੀ ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਣ ਆਈਆਂ, ਗਾਵੋ ਹਰੀ ਗੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਨੰਦ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਤੂੰ ਸਦਾ ਰਹੋ ਵਰਨਾਲੇ, ਆਲੋ ਤੂੰ ਮਨ ਮੇਰੇ ਦੁਖ ਸਭ ਸਾਰਣਾ, ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਗੁਨਾ ਗਲਾ ਸਮਰੱਥ ਸੁਆਮੀ ਸੋ ਕੋ ਮਨ ਵਿਸਾਰੇ, ਨਾਨਕ ਮਨ ਮੇਰੇ ਸਦਾ ਰਹੋ ਵਰਨਾਲੇ, ਆਤੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਿੱਖ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਇ ਬਸਿਆ ਜਿਨੀ ਇੱਛਾ ਸਭ ਜਾਈਆਂ, ਗੁਰਬਾਣ ਕੀਤਾ ਗੁਰ ਵਿਟੋ ਜੀ ਬੜਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ, ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਟਕਾਰ ਸੁਭਾਗੈ, ਭਗ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਪਾਇਆ ਤੁਜਨ ਕੋ ਸੇ ਨਾ ਮਰ ਕਰ ਲਾਗੇ, ਨਾਨਕ ਦਸ ਕੋ ਆਦਿਤ ਕਰਿਆ ਨਾਦ ਵਾਜੇ, ਸੁਨੋ ਬਿੜ ਭਾਗੀਓ ਸਗਲ ਮਨੋਰਥ ਪੂਰੇ, ਪ੍ਰਭਾਇਆ ਉਤਰੇ ਸਗਲ ਸੂਰੇ, ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਮਨੀਤ ਕਹਤੇ ਸਤਿਗੁਰ ਭਰਪੂਰੇ, ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧੇ ਆ